Hello students, today we will study your first lesson from your first flight book. The name of the chapter is A Letter to God, written by G.L. Fluence. ਇਹ ਇੱਕ ਫਾਰਮਰ ਦੀ ਕਹਾਣੀ ਹੈ। ਜਿਵੇਂ ਕਿ ਸਾਰੇ ਹੀ ਫਾਰਮਰਸ ਮੌਸਮ ਤੇ ਨਿਰਭਰ ਹੁੰਦੇ ਹਨ। ਜਿਹੋ ਜਿਹਾ ਮੌਸਮ ਹੁੰਦਾ ਹੈ ਉਹੋ ਜਿਹੀ ਹੀ ਉਹਨਾਂ ਦੀ ਫਸਲ ਹੁੰਦੀ ਹੈ। ਇਸ ਕਹਾਣੀ ਵਿੱਚ ਕੀ ਹੁੰਦਾ ਹੈ ਕਿ ਅਨਐਕਸਪੈਕਟਡਲੀ ਹੇਲਸਟੋਨਸ ਆ ਜਾਂਦੇ ਹਨ ਤੇ ਉਸ ਕਿਸਾਨ ਦੀ ਫਸਲ ਹੈ ਜੋ ਮੱਕੀ ਦੀ ਫਸਲ ਸੀ ਉਹ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੀ ਹੈ। ਐਂਡ ਦੇ ਹੈਡ ਨਥਿੰਗ ਟੂ ਈਟ ਫॉर ਦਾ ਫੁੱਲ ਈਅਰ। ਆਉਣ ਵਾਲੇ ਪੂਰੇ ਸਾਲ ਲਈ ਉਹਨਾਂ ਦੇ ਕੋਲ ਖਾਣ ਦੇ ਲਈ ਕੁਝ ਵੀ ਨਹੀਂ ਹੁੰਦਾ। ਉਸ ਦਾ ਪੂਰੀ ਤਰ੍ਹਾਂ ਦਿਲ ਟੁੱਟ ਜਾਂਦਾ ਹੈ ਤੇ ਉਸ ਦਾ ਇੱਕ ਹੀ ਸਹਾਰਾ ਰਹਿ ਜਾਂਦਾ ਹੈ ਤੇ ਉਹ ਹੈ ਰੱਬ ਦਾ ਸਹਾਰਾ। ਇਸ ਲਈ ਲੈਂਕੋ ਰੱਬ ਨੂੰ ਇੱਕ ਚਿੱਠੀ ਲਿਖਦਾ ਹੈ, ਅ ਲੈਟਰ ਟੂ ਗੋਡ, ਤੇ ਉਹ ਰੱਬ ਨੂੰ ਬੇਨਤੀ ਕਰਦਾ ਹੈ ਕਿ ਉਹ ਉਸ ਨੂੰ ਕੁਝ ਪੀਸੋਜ਼ ਦੇ ਦੇਵੇ। ਇਹ ਪੀਸੋਜ਼ ਜੋ ਹੁੰਦੇ ਹਨ ਲੈਟਿਨ ਅਮਰੀਕਾ ਦੀ ਕਰੰਸੀ ਹੈ। ਜਿਵੇਂ ਕਿ ਮੈਕਸੀਕੋ, ਸਪੇਨ, ਅਰਜਨਟਾਈਨਾ, ਬ੍ਰਾਜ਼ੀਲ, ਇਹਨਾਂ ਦੇਸ਼ਾਂ ਦੇ ਵਿੱਚ ਇਹ ਪੀਸੋਜ਼ ਯੂਜ਼ ਕੀਤੇ ਜਾਂਦੇ ਹਨ। ਜਿਵੇਂ ਆਪਣੇ ਰੁਪਈਏ ਹੁੰਦੇ ਆ, ਇੱਥੇ ਪੀਸੋਜ਼ ਯੂਜ਼ ਕੀਤੇ ਜਾਂਦੇ ਹਨ। ਇਸ ਤੋਂ ਸਾਨੂੰ ਇਹ ਕਹਾਣੀ ਵੀ ਪਤਾ ਲੱਗਦੀ ਹੈ ਕਿ ਇਹ ਕਿਸ ਏਰੀਏ ਤੋਂ ਕਹਾਣੀ ਹੈ, ਇਸ ਗੱਲ ਦਾ ਵੀ ਕਲੀਅਰ ਹੁੰਦਾ ਹੈ ਸਾਨੂੰ। ਲੈਟਸ ਬਿਗਿਨ। I will read the story in Punjabi language and also explain the word meanings. Let's start. The house, the only one in the entire valley. ਇੱਕ ਘਰ ਸੀ ਜੋ ਕਿ ਹੈ ਪੂਰੀ ਘਾਟੀ ਦੇ ਵਿੱਚ ਇਕੱਲਾ ਘਰ ਸੀ। ਸੈਟ ਔਨ ਦਾ ਕ੍ਰੈਸਟ ਆਫ ਏ ਲੋ ਹਿਲ, ਜੋ ਕਿ ਹੈ ਇੱਕ ਨੀਵੀਂ ਪਹਾੜੀ ਦੇ ਸਿਖਰ ਦੇ ਉੱਤੇ ਬਣਿਆ ਹੋਇਆ ਸੀ। ਫਰੋਮ ਦਿਸ ਹਾਈਟ ਵਨ ਕੁਡ ਸੀ ਦਾ ਰਿਵਰ ਐਂਡ ਦਾ ਫੀਲਡ ਆਫ ਰਾਈਪ corn dotted with the flowers that always promised a good harvest. ਉਸ ਹਾਈਟ ਤੋਂ, ਉਸ ਪਹਾੜੀ ਦੀ ਹਾਈਟ ਤੋਂ ਕੀ ਦੇਖਿਆ ਜਾ ਸਕਦਾ ਸੀ? ਇੱਕ ਰੀਵਰ ਦੇਖੀ ਜਾ ਸਕਦੀ ਸੀ ਅਤੇ ਮੱਕੀ ਦੀ ਫਸਲ ਜੋ ਕਿ ਹੈ ਫੁੱਲਾਂ ਦੇ ਨਾਲ, ਸਫੇਦ ਫੁੱਲਾਂ ਦੇ ਨਾਲ ਲੱਦੀ ਹੋਈ ਸੀ ਅਤੇ ਇੱਕ ਕੀ ਪ੍ਰੋਮਿਸ ਕਰ ਰਹੀ ਸੀ, ਕੀ ਉਹ ਸ਼ੋਅ ਕੀ ਕਰ ਰਹੀ ਸੀ ਕਿ ਬਹੁਤ ਵਧੀਆ ਫਸਲ ਹੋਵੇਗੀ। The only thing that the earth needed was a downpour or at least a shower. ਇੱਕੋ ਇੱਕ ਚੀਜ਼ ਦੀ ਜ਼ਰੂਰਤ ਸੀ, ਇੱਕੋ ਇੱਕ ਗੱਲ ਦੀ ਜ਼ਰੂਰਤ ਸੀ ਧਰਤੀ ਨੂੰ ਉਸ ਸਮੇਂ। ਉਹ ਕੀ ਸੀ? ਜਾਂ ਤਾਂ ਬਹੁਤ ਜ਼ਿਆਦਾ ਬਰਸਾਤ ਹੋ ਜਾਂਦੀ, ਡਾਊਨਪੋਰ ਮੀਨਸ ਅ ਹੈਵੀ ਰੇਨਫਾਲ, ਜਾਂ ਘੱਟੋ ਘੱਟ ਇੱਕ ਸ਼ਾਵਰ ਜੀ ਤਾਂ ਹੋ ਹੀ ਜਾਂਦੀ ਤਾਂ ਕਿ ਫਸਲ ਬਹੁਤ ਵਧੀਆ ਹੋ ਸਕਦੀ। ਥਰੂ ਆਊਟ ਦਾ ਮਾਰਨਿੰਗ ਲੈਂਕੋ ਨਿਊ ਹਿਜ਼ ਫੀਲਡਸ who knew his fields intimately had done nothing. ਉਸਨੇ ਕੁਝ ਵੀ ਨਹੀਂ ਕੀਤਾ ਸੀ। ਪੂਰੀ ਸਵੇਰ ਤੋਂ ਲੈ ਕੇ ਲੈਂਕੋ ਨੇ ਕੁਝ ਵੀ ਨਹੀਂ ਕੀਤਾ ਸੀ। nothing else but see the sky toward the north east. ਪਰ ਉਹ ਕੀ ਹੈ, ਸੁਬਾਹ ਤੋਂ ਲੈ ਕੇ ਆਕਾਸ਼ ਦੇ ਵੱਲ ਹੀ ਦੇਖੇ ਜਾ ਰਿਹਾ ਸੀ, ਨਾਰਥ ਈਸਟ ਦੇ ਵੱਲ, ਕਿਉਂਕਿ ਉਸਨੂੰ ਇਹ ਗੱਲ ਪਤਾ ਸੀ ਕਿ ਬੱਦਲ ਕਿੱਧਰੋਂ ਆ ਸਕਦੇ ਹਨ, ਨਾਰਥ ਈਸਟ ਵੱਲੋਂ ਆ ਸਕਦੇ ਹਨ ਅਤੇ ਬਰਸਾਤ ਪੈ ਸਕਦੀ ਹੈ, ਜੋ ਕਿ ਉਸਦੀ ਫਸਲ ਦੇ ਲਈ ਬਹੁਤ ਜ਼ਰੂਰੀ ਸੀ। Now we are going to get some water woman. ਫਿਰ ਉਹ ਕੀ ਕਹਿੰਦਾ ਹੈ, ਆਪਣੀ ਪਤਨੀ ਨੂੰ ਕੀ ਕਹਿੰਦਾ ਹੈ? woman, ਅਸੀਂ ਪਾਣੀ ਪ੍ਰਾਪਤ ਕਰਨ ਜਾ ਰਹੇ ਹਾਂ ਜਲਦੀ ਹੀ। The woman who was preparing supper replied. supper means ਕੀ ਹੁੰਦਾ ਹੈ? ਈਵਨਿੰਗ ਮੀਲ ਜਾਂ ਡਿਨਰ ਨੂੰ ਆਪਾਂ ਕਹਿ ਦਿੰਦੇ ਹਾਂ। ਉਸਦੀ ਪਤਨੀ ਜੋ ਕਿ ਹੈ ਖਾਣਾ ਤਿਆਰ ਕਰ ਰਹੀ ਸੀ, ਉਸਨੇ ਕੀ ਉੱਤਰ ਦਿੱਤਾ? ਯੈਸ ਗੋਡ ਵਿਲਿੰਗ, ਹਾਂ ਜੇਕਰ ਰੱਬ ਦੀ ਇੱਛਾ ਹੋਈ ਤਾਂ ਸਾਨੂੰ ਜ਼ਰੂਰ ਪਾਣੀ ਮਿਲੇਗਾ। The older boys were working in the fields while the smaller ones were playing near the house until the woman called to them all, come for dinner. ਜੋ ਵੱਡੇ ਲੜਕੇ ਸਨ ਉਹ ਖੇਤ ਵਿੱਚ ਕੰਮ ਕਰ ਰਹੇ ਸਨ ਅਤੇ ਛੋਟੇ ਲੜਕੇ ਕੀ ਹੈ ਘਰ ਦੇ ਨੇੜੇ ਹੀ ਖੇਡ ਰਹੇ ਸਨ, ਜਦ ਤੱਕ ਕੀ ਹੈ ਉਹਨਾਂ ਦੀ ਮਦਰ ਨੇ ਯਾਨੀ ਕਿ ਲੈਂਕੋ ਦੀ ਵਾਈਫ ਨੇ ਉਹਨਾਂ ਨੂੰ ਬੁਲਾ ਨਹੀਂ ਲਿਆ, ਡਿਨਰ ਦੇ ਲਈ ਨਹੀਂ ਬੁਲਾ ਲਿਆ। ਉਹ ਵੱਡੇ ਲੜਕੇ ਖੇਤ ਵਿੱਚ ਕੰਮ ਕਰ ਰਹੇ ਸਨ ਅਤੇ ਛੋਟੇ ਲੜਕੇ ਕੀ ਹੈ ਘਰ ਦੇ ਬਾਹਰ ਖੇਡ ਰਹੇ ਸਨ। It was during the meal that just as ਲੈਂਕੋ had predicted. ਇਹ ਖਾਣਾ ਖਾ ਹੀ ਰਹੇ ਸਨ ਸਾਰੇ ਕਿ ਜਿਵੇਂ ਕਿ ਲੈਂਕੋ ਨੇ ਪ੍ਰਿਡਿਕਟਡ ਕੀਤਾ ਸੀ, ਭਵਿੱਖਬਾਣੀ ਕੀਤੀ ਸੀ। Big drops of rain began to fall. ਵੱਡੀਆਂ ਬਰਸਾਤ ਦੀਆਂ ਬੂੰਦਾਂ ਡਿੱਗਣੀਆਂ ਸ਼ੁਰੂ ਹੋ ਗਈਆਂ। In the northeast, huge mountains of clouds could be seen
ਅਪਰੋਚਿੰਗ। ਨਾਰਥ ਈਸਟ ਵਾਲੀ ਦਿਸ਼ਾ ਦੇ ਵੱਲੋਂ ਵੱਡੇ ਵੱਡੇ ਮਾਊਂਟੇਨਸ ਆਫ ਕਲਾਊਡਸ, ਇੱਕ ਪਹਾੜਾਂ ਵਰਗੇ ਬੱਦਲ ਦੇਖੇ ਜਾ ਸਕਦੇ ਸੀ ਉਧਰ ਨੂੰ ਆਉਂਦੇ ਹੋਏ। ਦ ਏਅਰ ਵਾਜ਼ ਫਰੈਸ਼ ਐਂਡ ਸਵੀਟ, ਹਵਾ ਦੇ ਵਿੱਚ ਤਾਜ਼ਗੀ ਸੀ, ਸਵੀਟ ਸੀ ਹਵਾ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਨਾ ਕਿ ਜਦ ਬਰਸਾਤ ਕਿਸੇ ਪਾਸੇ ਪੈਣੀ ਸ਼ੁਰੂ ਹੋ ਜਾਵੇ ਤਾਂ ਹਵਾ ਦੇ ਵਿੱਚ ਕੀ ਹੁੰਦੀ ਹੈ, ਇੱਕ ਸੁਗੰਧ ਜਿਹੀ ਹੁੰਦੀ ਹੈ। ਇਸ ਤਰ੍ਹਾਂ ਦਾ ਐਟਮੋਸਫੀਅਰ ਬਣ ਗਿਆ ਸੀ। ਦ ਮੈਨ ਵੈਂਟ ਆਊਟ ਫॉर no other reason than to have the pleasure of feeling the rain on his body। ਲੈਂਕੋ ਜੋ ਸੀ ਨਾ, ਆਪਣੇ ਘਰ ਤੋਂ ਬਾਹਰ ਨਿਕਲਿਆ ਜਲਦੀ ਜਲਦੀ ਤੇ ਆਪਣੀ ਬੋਡੀ ਦੇ ਉੱਪਰ ਉਹ ਰੇਨ ਨੂੰ ਫੀਲ ਕਰਨਾ ਚਾਹੁੰਦਾ ਸੀ, ਮਹਿਸੂਸ ਕਰਨਾ ਚਾਹੁੰਦਾ ਸੀ। ਇਸ ਲਈ ਉਹ ਖੁਸ਼ੀ ਬਹੁਤ ਸੀਗਾ ਕਿਉਂਕਿ ਬਰਸਾਤ ਹੋਣੀ ਸ਼ੁਰੂ ਹੋ ਗਈ ਸੀ, ਜੋ ਕਿ ਉਸਦੇ ਖੇਤਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰਤ ਸੀ ਉਸ ਸਮੇਂ। ਤੇ ਲੈਂਕੋ ਕੀ ਹੈ, ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲਿਆ ਆਪਣੀ ਬੋਡੀ ਦੇ ਉੱਤੇ ਉਸ ਰੇਨ ਨੂੰ ਫੀਲ ਕਰਨ ਦੇ ਲਈ। ਐਂਡ ਵੈਨ ਹੀ ਰਿਟਰਨਡ ਹੀ ਐਕਸਕਲੇਮਡ, ਅਤੇ ਜਦੋਂ ਵਾਪਸ ਆਇਆ ਉਸਨੇ ਕੀ ਐਕਸਕਲੇਮ ਕੀਤਾ, ਕੀ ਦੱਸਿਆ ਉਸਨੇ, these are not raindrops falling from the sky। ਇਹ ਰੇਨ ਡ੍ਰੌਪਸ ਨਹੀਂ ਹਨ ਜੋ ਆਕਾਸ਼ ਤੋਂ ਡਿੱਗ ਰਹੇ ਹਨ। they are new coins। ਕੀ ਕਹਿੰਦਾ ਹੈ ਲੈਂਕੋ ਉਹਨਾਂ ਨੂੰ, ਰੇਨ ਡ੍ਰੌਪਸ ਨੂੰ ਕੀ ਕਹਿੰਦਾ ਹੈ, new coins। the big drops are 10 cent pieces and the little ones are 5s। ਵੱਡੀਆਂ ਬੂੰਦਾਂ ਨੂੰ ਉਹ 10 ਸੈਂਟ ਦੇ ਪੀਸਸ ਕਹਿੰਦਾ ਹੈ ਅਤੇ ਛੋਟੀਆਂ ਨੂੰ ਕੀ ਕਹਿੰਦਾ ਹੈ, 5 ਸੈਂਟ ਪੀਸਸ। ਉਸਨੇ ਹੁਣ ਇਹਨਾਂ ਨੂੰ 10 ਸੈਂਟ ਪੀਸਸ ਤੇ 5 ਸੈਂਟ ਪੀਸਸ ਕਿਉਂ ਕਿਹਾ, ਕਿਉਂਕਿ ਇਹ ਗੱਲ ਲੈਂਕੋ ਨੂੰ ਪੂਰੀ ਤਰ੍ਹਾਂ ਕਲੀਅਰ ਸੀ ਕਿ ਆਪਣੀ ਫਸਲ ਨੂੰ ਵੇਚ ਕੇ ਇਸੇ ਤਰ੍ਹਾਂ ਹੀ ਮੇਰੇ ਕੋਲ ਪੈਸਿਆਂ ਦੀ ਬਰਸਾਤ ਹੋਣੀ ਹੈ। ਤੇ ਉਸਨੂੰ ਇਹ ਜੋ ਰੇਨ ਡ੍ਰੌਪ ਸੀ ਉਹ ਵੀ ਕੀ ਹੈ, ਪੈਸਿਆਂ ਦੇ ਵਾਂਗ ਹੀ ਲੱਗ ਰਹੀਆਂ ਸਨ। With a satisfied expression he regarded the field of ripe corn with its flowers draped in a curtain of rain। ਪੂਰੇ ਸੈਟਿਸਫੈਕਸ਼ਨ ਨਾਲ, ਇੱਕ ਸੰਤੁਸ਼ਟੀ ਦੇ ਨਾਲ ਉਸਨੇ ਆਪਣੇ ਖੇਤਾਂ ਦੇ ਵੱਲ ਨਿਗਾਹ ਮਾਰੀ ਅਤੇ ਕੀ ਵੇਖਿਆ, ਰਾਈਪ ਕਾਰਨ, ਜੋ ਕੀ ਹੈ, ਫੀਲਡ ਆਫ ਰਾਈਪ ਕਾਰਨ ਵਿਦ ਇਟਸ ਫਲਾਵਰਸ, ਫੁੱਲਾਂ ਨਾਲ ਲੱਦੇ ਹੋਏ ਸਨ। ਇੱਕ ਬਰਸਾਤ ਦੀ ਚਾਦਰ ਜਿਹੀ ਉੱਤੇ ਵਿਛੀ ਹੋਈ ਸੀ। ਜਦ ਬਰਸਾਤ ਪੈ ਰਹੀ ਸੀ ਨਾ ਤਾਂ ਉਹ ਬੜਾ ਖੁਸ਼ ਹੁੰਦਾ ਹੈ, ਬੜੀ ਸੰਤੁਸ਼ਟੀ ਦੇ ਨਾਲ ਆਪਣੇ ਖੇਤਾਂ ਨੂੰ ਦੇਖਦਾ ਹੈ। ਬਟ ਸਡਨਲੀ ਅ ਸਟਰੋਂਗ ਵਿੰਡ ਬਿਗਨ ਟੂ ਬਲੋ and along with the rain very large hailstones began to fall। ਹੁਣ ਪਰ ਕੀ ਹੋਇਆ, ਅਚਾਨਕ ਕੀ ਹੋਇਆ, ਇੱਕ ਤੇਜ਼ ਹਵਾ ਚੱਲਣੀ ਸ਼ੁਰੂ ਹੋ ਗਈ ਅਤੇ ਇਸ ਤੇਜ਼ ਹਵਾ ਦੇ ਨਾਲ ਕੀ ਹੋਇਆ, hailstones ਵੀ ਡਿੱਗਣੇ ਸ਼ੁਰੂ ਹੋ ਗਏ। hailstones means ਗੜਿਆਂ ਨੂੰ ਕਹਿ ਦਿੰਦੇ ਆ, ਕਿਸੇ ਇਲਾਕੇ ਵਿੱਚ ਇਹਨਾਂ ਨੂੰ ਔਲੇ ਵੀ ਕਹਿ ਦਿੰਦੇ ਹਨ, ਐਨ ਵੀ ਕਹਿ ਦਿੰਦੇ ਹਨ। ਗੜੇ ਡਿੱਗਣੇ ਸ਼ੁਰੂ ਹੋ ਗਏ। these truly did resemble new silver coins। ਇਹ ਕੀ ਹੈ, ਬਿਲਕੁਲ ਕਿਸ ਤਰ੍ਹਾਂ ਮਿਲਦੇ ਜੁਲਦੇ ਸੀ, ਕਿਸ ਚੀਜ਼ ਦੇ ਨਾਲ, ਸਿਲਵਰ ਕੁਆਇਨਸ ਵਾਂਗ ਲੱਗ ਰਹੇ ਸਨ। ਦ ਬॉयਜ਼ ਐਕਸਪੋਜ਼ਿੰਗ ਦੈਮਸੈਲਵਸ ਟੂ ਦ ਰੇਨ। ਜੋ ਬੱਚੇ ਸਨ, ਲੜਕੇ ਸਨ ਜੋ ਲੈਂਕੋ ਦੇ, ਉਹ ਕੀ ਹੈ, ਇੱਕਦਮ ਬਰਸਾਤ ਦੇ ਵਿੱਚ ਬਾਹਰ ਨਿਕਲ ਆਏ। ਰੈਨ ਆਊਟ ਟੂ ਕਲੈਕਟ ਦ ਫਰੋਜ਼ਨ ਪਰਲਸ। ਇਹਨਾਂ ਜੰਮੇ ਹੋਏ ਮੋਤੀਆਂ ਨੂੰ ਇਕੱਠੇ ਕਰਨ ਦੇ ਲਈ ਬਾਹਰ ਰੇਨ ਵਿੱਚ ਨਿਕਲ ਆਏ। ਇਟ ਇਜ਼ ਰੀਅਲੀ ਗੈਟਿੰਗ ਬੈਡ ਨਾਓ ਐਕਸਕਲੇਮਡ ਦ ਮੈਨ। ਸੱਚਮੁੱਚ ਹੀ ਬਹੁਤ ਬੁਰਾ ਹੋਣ ਜਾ ਰਿਹਾ ਹੈ, ਲੈਂਕੋ ਨੇ ਇਹ ਗੱਲ ਕਹੀ, ਕਿਉਂਕਿ ਲੈਂਕੋ ਨੂੰ ਇਹ ਗੱਲ ਕਲੀਅਰ ਸੀ ਕਿ ਜਦ ਐਡੇ ਵੱਡੇ ਵੱਡੇ ਗੜੇ ਪੈ ਰਹੇ ਹਨ ਤਾਂ ਉਸਦੀ ਫਸਲ ਹੈ ਜੋ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ। ਆਈ ਹੋਪ ਇਟ ਪਾਸਸ ਕੁਇਕਲੀ। ਮੈਂ ਆਸ ਕਰਦਾ ਹਾਂ ਕਿ ਇਹ ਜਲਦੀ ਹੀ ਗੁਜ਼ਰ ਜਾਵੇ, ਬੰਦ ਹੋ ਜਾਵੇ, ਇਹ ਗੜੇ ਪੈਣੇ ਰੁਕ ਜਾਣ। ਇਟ ਡਿਡ ਨਾਟ ਪਾਸ ਕੁਇਕਲੀ। ਪਰ ਕੀ ਹੋਇਆ ਕਿ ਇਹ ਗੜੇ ਪੈਣੇ ਜਲਦੀ ਜਲਦੀ ਬੰਦ ਨਾ ਹੋਏ। ਫॉर ਐਨ ਆਰ ਦ ਹੇਲ ਰੇਨਡ ਔਨ ਦ ਹਾਊਸ, ਦ ਗਾਰਡਨ, ਦ ਹਿਲ ਸਾਈਡ, ਦ ਕੋਰਨਫੀਲਡ ਔਨ ਦ ਹੋਲ ਵੈਲੀ। ਇੱਕ ਘੰਟੇ ਦੇ ਵਿੱਚ ਹੀ ਕੀ ਹੋਇਆ, ਜੋ ਗੜੇ ਸੀ ਪੂਰੇ ਘਰ ਦੇ ਉੱਪਰ, ਗਾਰਡਨ ਦੇ ਵਿੱਚ, ਹਿਲ ਸਾਈਡ ਪਰਬਤ ਦੀ ਜੋ ਸਾਈਡ ਸੀ, ਅਤੇ ਕੋਰਨਫੀਲਡ ਮੱਕੀ ਦਾ ਖੇਤ ਸੀ, ਅਤੇ ਸਾਰੀ ਵੈਲੀ ਦੇ ਵਿੱਚ ਹੀ ਗੜੇ ਬਹੁਤ ਜ਼ਿਆਦਾ ਪੈ ਗਏ। ਦ ਫੀਲਡ ਵਾਜ਼ ਵਾਈਟ ਐਜ਼ ਇਫ ਕਵਰਡ ਵਿਦ ਸਾਲਟ। ਪੂਰਾ ਖੇਤ ਸਫੇਦ ਹੋ ਗਿਆ ਜਿਵੇਂ ਨਮਕ ਦੀ ਚਾਦਰ ਦੇ ਨਾਲ ਢਕਿਆ ਹੋਵੇ। ਨਾਟ ਅ ਲੀਫ ਰਿਮੇਨਡ ਔਨ ਦ ਟਰੀਜ਼। ਕੋਈ ਵੀ ਪੱਤਾ ਦਰਖਤਾਂ ਦੇ ਉੱਪਰ ਨਾ ਬਚਿਆ। ਦ ਕੋਰਨ ਵਾਜ਼ ਟੋਟਲੀ ਡਿਸਟਰੋਇਡ। ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਸੀ। ਦ ਫਲਾਵਰਸ ਵਰ ਗੋਨ ਫਰੋਮ ਦ ਪਲਾਂਟਸ। ਜੋ ਫੁੱਲ ਸਨ ਉਹ ਪੌਦਿਆਂ ਦੇ ਉੱਤੋਂ ਜਾ ਚੁੱਕੇ ਸਨ। ਲੈਂਕੋ's soul was filled with sadness। ਲੈਂਕੋ ਦੀ ਆਤਮਾ ਦੁੱਖ ਨਾਲ ਭਰ ਗਈ। When the storm had passed, he stood in the middle of the fields and said to his sons। ਜਦ ਸਟੋਰਮ ਪਾਸ ਹੋ ਗਿਆ ਤਾਂ ਲੈਂਕੋ ਕੀ ਹੈ, ਆਪਣੇ ਖੇਤ ਦੇ ਵਿਚਕਾਰ ਖੜਾ ਹੋ ਗਿਆ ਅਤੇ ਆਪਣੇ ਪੁੱਤਰਾਂ ਨੂੰ ਕਿਹਾ, A plague of locusts would have left more than this।
ਜੇਕਰ ਲੋਕਸ ਕੀ ਹੁੰਦੀਆਂ, ਟਿੱਡੀਆਂ। ਟਿੱਡੀਆਂ ਜੋ ਕੀ ਹੈ, ਕਈ ਵਾਰ ਇਹ ਇੱਕ ਗਰੁੱਪ ਦੇ ਵਿੱਚ ਅਟੈਕ ਕਰਦੀਆਂ ਕਿਸੇ ਵੀ ਫਸਲ ਦੇ ਉੱਤੇ ਅਤੇ ਉਸ ਨੂੰ ਨਸ਼ਟ ਕਰ ਦਿੰਦੀਆਂ ਹਨ। ਲੋਕਸ ਕਹਿੰਦੇ ਹਨ ਉਹਨਾਂ ਨੂੰ। ਤੇ ਲੈਂਕੋ ਨੇ ਕੀ ਕਿਹਾ ਆਪਣੇ ਪੁੱਤਰਾਂ ਨੂੰ, ਜੇਕਰ ਟਿੱਡੀਆਂ ਦਾ ਹਮਲਾ ਵੀ ਹੋ ਜਾਂਦਾ ਨਾ ਤਾਂ ਉਹਨਾਂ ਨੇ ਵੀ ਕੀ ਹੈ, ਕੁਝ ਛੱਡ ਦੇਣਾ ਸੀ। A plague of locusts have left more than this, the hail has left nothing, ਅਤੇ ਇਹਨਾਂ ਗੜਿਆਂ ਨੇ ਤਾਂ ਕੁਝ ਵੀ ਨਹੀਂ ਛੱਡਿਆ ਹੈ। This year we will have no corn, ਇਸ ਸਾਲ ਸਾਨੂੰ ਫਸਲ ਨਹੀਂ ਮਿਲੇਗੀ। That night was a sorrowful one, ਉਹ ਜੋ ਰਾਤ ਸੀ ਇਹਨਾਂ ਸਾਰਿਆਂ ਦੇ ਲਈ ਹੀ ਕੀ ਸੀ, ਬੜੀ ਦੁੱਖ ਭਰੀ ਸੀ। All our work for nothing, ਸਾਡੀ ਸਾਰੀ ਮਿਹਨਤ ਬੇਕਾਰ ਹੋ ਗਈ ਹੈ। There is no one who can help us, ਕੋਈ ਵੀ ਨਹੀਂ ਹੈ ਜੋ ਸਾਡੀ ਸਹਾਇਤਾ ਕਰ ਸਕੇ। We will all go hungry this year, ਅਸੀਂ ਸਾਰੇ ਹੀ ਕੀ ਹੈ, ਇਸ ਸਾਲ ਭੁੱਖੇ ਰਵਾਂਗੇ। But in the hearts of all who lived in that solitary house, ਪਰ ਸਾਰਿਆਂ ਦੇ ਦਿਲਾਂ ਦੇ ਵਿੱਚ ਜੋ ਉਸ ਇੱਕ ਇਕੱਲੇ ਘਰ ਦੇ ਵਿੱਚ ਰਹਿੰਦੇ ਸਨ, ਇਨ ਦਾ ਮਿਡਲ ਆਫ ਦਾ ਵੈਲੀ, ਜੋ ਉਸ ਵੈਲੀ ਦੇ ਵਿੱਚ, ਉਸ ਘਾਟੀ ਦੇ ਵਿੱਚ ਇੱਕੋ ਇੱਕ ਘਰ ਸੀ, ਇਹ ਉੱਥੇ ਰਹਿੰਦੇ ਸਨ। ਉਹਨਾਂ ਦੇ ਦਿਲ ਵਿੱਚ ਕੀ ਸੀ, ਦੇਅਰ ਵਾਜ਼ ਅ ਸਿੰਗਲ ਹੋਪ, ਹੈਲਪ ਫਰੋਮ ਗੋਡ। ਇਹਨਾਂ ਸਾਰਿਆਂ ਦੇ ਦਿਲਾਂ ਦੇ ਵਿੱਚ ਇੱਕੋ ਇੱਕ ਆਸ ਸੀ, ਹੈਲਪ ਫਰੋਮ ਗੋਡ, ਰੱਬ ਦੇ ਵੱਲੋਂ ਸਹਾਇਤਾ। ਡੋਂਟ ਬੀ ਸੋ ਅਪਸੈਟ ਈਵਨ ਦੋ ਦਿਸ ਸੀਮਸ ਲਾਈਕ ਅ ਟੋਟਲ ਲਾਸ, ਅਪਸੈਟ ਬਿਲਕੁਲ ਵੀ ਨਾ ਹੋਵੋ ਇੱਥੋਂ ਤੱਕ ਕਿ ਜਦ ਇਹ ਲੱਗਦਾ ਹੋਵੇ ਕਿ ਪੂਰੀ ਤਰ੍ਹਾਂ ਲਾਸ ਹੋ ਗਿਆ ਹੈ, ਪੂਰੀ ਤਰ੍ਹਾਂ ਖਤਮ ਹੋ ਗਿਆ ਹੈ, ਤਦ ਵੀ ਸਾਨੂੰ ਦਿਲ ਨਹੀਂ ਛੱਡਣਾ ਚਾਹੀਦਾ। ਰਿਮੈਂਬਰ ਨੋ ਵਨ ਡਾਈਜ਼ ਆਫ ਹੰਗਰ, ਯਾਦ ਰੱਖੋ ਕੋਈ ਵੀ ਭੁੱਖ ਦੇ ਨਾਲ ਨਹੀਂ ਮਰਦਾ। ਦੈਟਸ ਵਟ ਦੇ ਸੇ, ਇਹ ਗੱਲ ਉਹਨਾਂ ਨੇ ਕਹੀ। ਨੋ ਵਨ, ਦੈਟਸ ਵਟ ਦੇ ਸੇ, ਇਹ ਲੋਕ ਕਹਿੰਦੇ ਹਨ। ਇਹ ਕੀ ਹੈ, ਇੱਕ ਐਗਜ਼ਾਮਪਲ ਦਿੰਦਾ ਹੈ ਲੈਂਕੋ ਵੀ, ਇਹ ਗੱਲ ਲੋਕ ਕਹਿੰਦੇ ਹਨ ਕਿ ਭੁੱਖ ਦੇ ਨਾਲ ਕੋਈ ਵੀ ਨਹੀਂ ਮਰਦਾ। ਨੋ ਵਨ ਡਾਈਜ਼ ਆਫ ਹੰਗਰ। All through the night Lenko thought only of his one hope, ਸਾਰੀ ਰਾਤ ਲੈਂਕੋ ਨੇ ਆਪਣੀ ਇੱਕੋ ਇੱਕ ਆਸ ਦੇ ਬਾਰੇ ਸੋਚਿਆ। The help of God, ਰੱਬ ਦੇ ਵੱਲੋਂ ਆਸ, ਰੱਬ ਦੇ ਵੱਲੋਂ ਸਹਾਇਤਾ। Whose eyes as he had been instructed, ਜਿਸ ਦੀਆਂ ਕਿ ਅੱਖਾਂ, ਜੋ ਕਿ ਲੈਂਕੋ ਨੂੰ ਇੰਸਟਰਕਟਡ ਕੀਤਾ ਗਿਆ ਸੀ। ਸ਼ਾਇਦ ਲੈਂਕੋ ਦੇ ਮਾਤਾ ਪਿਤਾ ਨੇ ਬਚਪਨ ਵਿੱਚ ਲੈਂਕੋ ਨੂੰ ਇਹ ਗੱਲ ਸਿਖਾਈ ਸੀ ਕਿ ਗੋਡ ਦੀਆਂ ਅੱਖਾਂ ਸਭ ਕੁਝ ਵੇਖਦੀਆਂ ਹਨ। ਸੀ ਐਵਰੀਥਿੰਗ ਈਵਨ ਵਟ ਇਜ਼ ਡੀਪ ਇਨ ਵਨਸ ਕੌਨਸ਼ੀਅਸ, ਇੱਥੋਂ ਤੱਕ ਕਿ ਜੋ ਕਿਸੇ ਦੇ ਕੌਨਸ਼ੀਅਸ ਵਿੱਚ ਹੋਵੇ। ਐਨ ਇਨਰ ਸੈਂਸ ਆਫ ਰਾਈਟ ਔਰ ਰੋਂਗ, ਜੋ ਸਾਡੀ ਇਨਰ ਸੈਂਸ ਹੁੰਦੀ ਹੈ। ਮੀਨਿੰਗ ਲੈਂਕੋ ਕੀ ਕਹਿ ਰਿਹਾ ਹੈ ਕਿ ਰੱਬ ਹਰ ਇੱਕ ਗੱਲ ਵੇਖਦਾ ਹੈ, ਇੱਥੋਂ ਤੱਕ ਕਿ ਜੋ ਸਾਡੇ ਦਿਲ ਦੇ ਵਿੱਚ ਗੱਲਾਂ ਹੁੰਦੀਆਂ ਨਾ, ਰੱਬ ਉਹ ਵੀ ਦੇਖਦਾ ਹੈ। ਲੈਂਕੋ ਵਾਜ਼ ਐਨ ਔਕਸ ਆਫ ਏ ਮੈਨ, ਲੈਂਕੋ ਇੱਕ ਔਕਸ ਦੀ ਤਰ੍ਹਾਂ ਕੰਮ ਕਰਨ ਵਾਲਾ ਬਹੁਤ ਮਿਹਨਤੀ ਵਿਅਕਤੀ ਸੀ। ਵਰਕਿੰਗ ਲਾਈਕ ਐਨ ਐਨੀਮਲ ਇਨ ਦਾ ਫੀਲਡਸ, ਇੱਕ ਜਾਨਵਰਾਂ ਦੇ ਵਾਂਗ ਉਹ ਕੰਮ ਕਰਦਾ ਸੀ ਖੇਤਾਂ ਦੇ ਵਿੱਚ। ਬਟ ਸਟਿਲ ਹੀ ਨਿਊ ਹਾਊ ਟੂ ਰਾਈਟ, ਪਰ ਫਿਰ ਵੀ ਉਹ ਜਾਣਦਾ ਸੀ ਕਿ ਲਿਖਿਆ ਕਿਵੇਂ ਜਾਂਦਾ ਹੈ, ਲਿਖਣਾ ਵੀ ਉਸਨੂੰ ਆਉਂਦਾ ਸੀ। The following Sunday at daybreak he began to write a letter which he himself would carry to town and place in the mail। ਫਿਰ ਕੀ ਹੋਇਆ, ਜਦ ਅਗਲੇ ਦਿਨ ਐਤਵਾਰ ਦਾ ਦਿਨ ਚੜ੍ਹਿਆ, ਉਸਨੇ ਇੱਕ ਲੈਟਰ ਲਿਖਣਾ ਸ਼ੁਰੂ ਕਰ ਦਿੱਤਾ, ਜੋ ਲੈਟਰ ਉਹ ਖੁਦ ਸ਼ਹਿਰ ਵੱਲ ਲੈ ਕੇ ਗਿਆ ਅਤੇ ਮੇਲ ਬਾਕਸ ਦੇ ਵਿੱਚ ਪਾ ਕੇ ਆਇਆ। It was nothing less than a letter to God, ਇਹ ਕੀ ਸੀ, ਲੈਟਰ ਟੂ ਗੋਡ ਸੀ, ਰੱਬ ਨੂੰ ਉਸਨੇ ਇਹ ਇੱਕ ਲੈਟਰ ਲਿਖਿਆ ਸੀ। God he wrote, ਕੀ ਲਿਖਿਆ ਲੈਂਕੋ ਨੇ, God if you don't help me my family and I will go hungry this year, ਜੇਕਰ ਤੁਸੀਂ ਮੇਰੀ ਸਹਾਇਤਾ ਨਹੀਂ ਕਰਦੇ, ਮੇਰਾ ਪਰਿਵਾਰ ਅਤੇ ਮੈਂ ਇਸ ਸਾਲ ਭੁੱਖੇ ਰਵਾਂਗੇ। I need 100 peso in order to sow my field again and to live until the crop comes, ਮੈਨੂੰ 100 ਪੀਸੋ ਚਾਹੀਦੇ ਹਨ ਆਪਣੇ ਖੇਤਾਂ ਨੂੰ ਦੁਬਾਰਾ ਬੀਜਣ ਦੇ ਲਈ। 100 ਮੀਨਸ ਦੁਬਾਰਾ ਬੀਜਣਾ, ਐਂਡ ਟੂ ਲਿਵ ਅੰਟਿਲ ਦਾ ਕ੍ਰੌਪ ਕਮਸ, ਅਤੇ ਜਦ ਤੱਕ ਨਵੀਂ ਫਸਲ ਨਹੀਂ ਆ ਜਾਂਦੀ ਉਦੋਂ ਤੱਕ ਗੁਜ਼ਾਰਾ ਕਰਨ ਦੇ ਲਈ ਮੈਨੂੰ 100 ਪੀਸੋ ਚਾਹੀਦੇ ਹਨ। ਬਿਕੋਜ਼ ਦਾ ਹੇਲ ਸਟੋਨਸ, ਕਿਉਂਕਿ ਹੇਲ ਸਟੋਨਸ ਨੇ ਮੇਰੀ ਫਸਲ ਤਬਾਹ ਕਰ ਦਿੱਤੀ ਹੈ। ਹੀ ਰੋਟ ਟੂ ਗੋਡ ਔਨ ਦਾ ਐਨਵਲਪ, ਉਸਨੇ ਐਨਵਲਪ ਉੱਤੇ ਟੂ ਗੋਡ ਲਿਖਿਆ। ਪੁੱਟ ਦਾ ਲੈਟਰ ਇਨਸਾਈਡ ਐਂਡ ਸਟਿਲ ਟਰਬਲਡ ਵੈਂਟ ਟੂ ਟਾਊਨ, ਲੈਟਰ ਨੂੰ ਆਪਣੀ ਪਾਕਟ ਵਿੱਚ ਰੱਖਿਆ ਅਤੇ ਪੂਰੀ ਤਰ੍ਹਾਂ ਟਰਬਲਡ ਹੋਇਆ ਪੂਰੀ ਤਰ੍ਹਾਂ ਇੱਕ ਟੈਨਸ਼ਨ ਦੇ ਵਿੱਚ ਉਹ ਸ਼ਹਿਰ ਦੇ ਵੱਲ ਚੱਲ ਪਿਆ। ਐਟ ਦਾ ਪੋਸਟ ਆਫਿਸ ਹੀ ਪਲੇਸਡ ਦਾ ਸਟੈਂਪ ਔਨ ਦਾ ਲੈਟਰ ਐਂਡ ਡ੍ਰੌਪਡ ਇਟ ਇਨਟੂ ਦਾ ਮੇਲ ਬਾਕਸ,
ਪੋਸਟ ਆਫਿਸ ਵਿੱਚ ਪਹੁੰਚ ਕੇ ਉਸਨੇ ਲੈਟਰ ਦੇ ਉੱਪਰ ਇੱਕ ਸਟੈਂਪ ਲਗਾਈ ਅਤੇ ਇਸ ਨੂੰ ਮੇਲ ਬਾਕਸ ਵਿੱਚ ਪਾ ਦਿੱਤਾ। One of the employees, who was a postman and also helped at the post office, went to his boss laughing heartily and showed him the letter to God. ਇੱਕ EMPLOYE ਸੀ ਉੱਥੇ, ਪੋਸਟਮੈਨ ਸੀ, ਉਸਨੇ ਕੀ ਕੀਤਾ, ਜਦ ਦੇਖਿਆ ਕਿ ਲੈਟਰ ਦੇ ਉੱਪਰ ਕੀ ਲਿਖਿਆ ਹੋਇਆ ਹੈ, ਟੂ ਗੋਡ, ਉਹ ਬਹੁਤ ਜ਼ਿਆਦਾ ਹੱਸਿਆ ਅਤੇ ਆਪਣੇ ਬੌਸ ਦੇ ਕੋਲ ਗਿਆ, ਲੈਟਰ ਨੂੰ ਲੈ ਕੇ ਗਿਆ ਆਪਣੇ ਬੌਸ ਦੇ ਕੋਲ, ਪੋਸਟ ਮਾਸਟਰ ਕੋਲ ਗਿਆ ਜੋ ਕਿ ਉੱਥੋਂ ਦਾ ਮੇਨ ਆਫੀਸਰ ਸੀ। ਪੋਸਟਮੈਨ ਕਿਸ ਦੇ ਕੋਲ ਲੈ ਕੇ ਗਿਆ ਲੈਟਰ ਨੂੰ, ਪੋਸਟ ਮਾਸਟਰ ਦੇ ਕੋਲ, ਹੱਸਦਾ ਹੋਇਆ ਗਿਆ ਅਤੇ ਉਸਨੂੰ ਇੱਕ ਲੈਟਰ ਦਿਖਾਇਆ ਜਿਸ ਦੇ ਉੱਪਰ ਕੀ ਲਿਖਿਆ ਹੋਇਆ ਸੀ, ਟੂ ਗੋਡ ਲਿਖਿਆ ਹੋਇਆ ਸੀ, ਕਿ ਲੋਕਾਂ ਨੇ ਗੋਡ ਨੂੰ ਵੀ ਲੈਟਰ ਲਿਖਣੇ ਸ਼ੁਰੂ ਕਰ ਦਿੱਤੇ ਹਨ। ਨੈਵਰ ਇਨ ਹਿਜ਼ ਕਰੀਅਰ ਅ ਪੋਸਟਮੈਨ ਹੈਡ ਹੀ ਨੋਨ ਦੈਟ ਐਡਰੈਸ। ਆਪਣੇ ਪੂਰੇ ਕਰੀਅਰ ਦੇ ਵਿੱਚ ਪੋਸਟਮੈਨ ਨੇ ਇਸ ਤਰ੍ਹਾਂ ਦਾ ਐਡਰੈਸ ਨਹੀਂ ਵੇਖਿਆ ਸੀ। ਦ ਪੋਸਟ ਮਾਸਟਰ ਅ ਫੈਟ ਐਮੀਏਬਲ, ਜੋ ਪੋਸਟ ਮਾਸਟਰ ਸੀ ਉਹ ਕੀ ਸੀ, ਇੱਕ ਮੋਟਾ ਜਿਹਾ, ਐਮੀਏਬਲ ਕੀ ਹੁੰਦਾ ਹੈ, ਫਰੈਂਡਲੀ ਐਂਡ ਪਲੀਜ਼ੈਂਟ ਨੇਚਰ ਵਾਲਾ ਵਿਅਕਤੀ ਸੀ। ਆਲਸੋ ਬ੍ਰੋਕ ਆਊਟ ਲਾਫਿੰਗ, ਉਸਨੇ ਵੀ ਹੱਸਣਾ ਸ਼ੁਰੂ ਕਰ ਦਿੱਤਾ। ਬਟ ਆਲਮੋਸਟ ਇਮੀਡੀਏਟਲੀ ਹੀ ਟਰਨਡ ਸੀਰੀਅਸ, ਪਰ ਤੁਰੰਤ ਉਹ ਕੀ ਹੋਇਆ, ਸੀਰੀਅਸ ਹੋ ਗਿਆ। ਪੋਸਟ ਮਾਸਟਰ ਸੀਰੀਅਸ ਹੋ ਗਿਆ ਲੈਟਰ ਨੂੰ ਵੇਖ ਕੇ। ਐਂਡ ਟੈਪਡ ਦ ਲੈਟਰ ਔਨ ਹਿਜ਼ ਡੈਸਕ, ਅਤੇ ਉਸ ਲੈਟਰ ਨੂੰ ਡੈਸਕ ਦੇ ਉੱਪਰ ਰੱਖ ਦਿੱਤਾ ਅਤੇ ਕੀ ਕਮੈਂਟ ਕੀਤਾ, ਕੀ ਗੱਲ ਕਹੀ, ਵਟ ਫੇਥ, ਕਿੰਨਾ ਵਿਸ਼ਵਾਸ ਹੈ। ਪੋਸਟ ਮਾਸਟਰ ਵੀ ਹੈਰਾਨ ਰਹਿ ਜਾਂਦਾ ਲੈਂਕੋ ਦਾ ਵਿਸ਼ਵਾਸ ਦੇਖ ਕੇ ਗੋਡ ਵਿੱਚ। ਆਈ ਵਿਸ਼ ਆਈ ਹੈਡ ਦ ਫੇਥ ਆਫ ਦ ਮੈਨ ਹੂ ਰੋਟ ਦਿਸ ਲੈਟਰ, ਮੇਰੀ ਇੱਛਾ ਹੈ ਕਿ ਮੈਂ ਇਸ ਆਦਮੀ ਦਾ ਵਿਸ਼ਵਾਸ ਜ਼ਰੂਰ ਬਣਾਏ ਰੱਖਾਂ ਜਿਸ ਨੇ ਇਹ ਲੈਟਰ ਲਿਖਿਆ। ਸਟਾਰਟਿੰਗ ਅਪ ਅ ਕੋਰਸਪੋਂਡੈਂਸ ਵਿਦ ਗੋਡ, ਰੱਬ ਦੇ ਨਾਲ ਹੀ ਪੱਤਰ ਵਿਹਾਰ ਸ਼ੁਰੂ ਕਰ ਦਿੱਤਾ ਹੈ। ਕੋਰਸਪੋਂਡੈਂਸ ਕੀ ਹੁੰਦਾ ਹੈ, ਕਮਿਊਨੀਕੇਸ਼ਨ ਬਾਈ ਐਕਸਚੇਂਜ ਆਫ ਲੈਟਰਸ, ਪੱਤਰ ਵਿਹਾਰ, ਲੈਟਰਸ ਦੇ ਨਾਲ ਕਮਿਊਨੀਕੇਸ਼ਨ ਕਰਨਾ। ਸੋ ਇਨ ਆਰਡਰ ਨਾਟ ਟੂ ਸ਼ੇਕ ਦ ਰਾਈਟਰਸ ਫੇਥ ਇਨ ਗੋਡ, ਦ ਪੋਸਟ ਮਾਸਟਰ ਕੇਮ ਅਪ ਵਿਦ ਐਨ ਆਈਡੀਆ, ਕਿ ਜੋ ਰਾਈਟਰ ਹੈ, ਲਿਖਣ ਵਾਲਾ ਹੈ, ਲੈਂਕੋ ਦਾ ਵਿਸ਼ਵਾਸ ਗੋਡ ਦੇ ਵਿੱਚ ਨਾ ਟੁੱਟੇ। ਪੋਸਟ ਮਾਸਟਰ ਨੂੰ ਇੱਕ ਆਈਡੀਆ ਆਇਆ, ਆਨਸਰ ਦਾ ਲੈਟਰ, ਕਿ ਇਸ ਲੈਟਰ ਦਾ ਉੱਤਰ ਦਿੱਤਾ ਜਾਵੇ। ਬਟ ਵੈਨ ਹੀ ਓਪਨਡ ਇਟ, it was evident that to answer it he needed something more than goodwill, ink and paper. ਜਦ ਲੈਟਰ ਨੂੰ ਖੋਲ੍ਹਿਆ ਗਿਆ ਤਾਂ ਇਹ ਗੱਲ ਕਲੀਅਰ ਹੋ ਗਈ ਕਿ ਇੱਕ ਗੁੱਡਵਿਲ, ਇੱਕ ਸਦਭਾਵਨਾ, ਸਿਆਹੀ ਅਤੇ ਪੇਪਰ ਤੋਂ ਇਲਾਵਾ ਕੁਝ ਹੋਰ ਵੀ ਜ਼ਰੂਰਤ ਸੀ। ਜੇਕਰ ਆਨਸਰ ਦੇਣਾ ਹੈ ਨਾ ਤਾਂ ਕੁਝ ਹੋਰ ਵੀ ਜ਼ਰੂਰਤ ਸੀ। ਬਟ ਹੀ ਸਟਕ ਟੂ ਹਿਜ਼ ਰੈਜ਼ੋਲੂਸ਼ਨ, ਪਰ ਉਹ ਆਪਣੇ ਡਿਸੀਜ਼ਨ ਦੇ ਉੱਪਰ, ਕੀ ਹੈ ਰੈਜ਼ੋਲੂਸ਼ਨ ਮੀਨ ਡਿਸੀਜ਼ਨ, ਪਰ ਜੋ ਪੋਸਟ ਮਾਸਟਰ ਸੀ ਆਪਣੇ ਡਿਸੀਜ਼ਨ ਦੇ ਉੱਪਰ ਅੜਿਆ ਰਿਹਾ, ਪੱਕਾ ਰਿਹਾ। ਹੀ ਆਸਕਡ ਫॉर ਮਨੀ ਫਰੋਮ ਹਿਜ਼ EMPLOYEES, ਉਸਨੇ ਆਪਣੇ ਹੋਰ ਕਰਮਚਾਰੀਆਂ ਤੋਂ ਪੈਸਿਆਂ ਦੀ ਮੰਗ ਕੀਤੀ। ਹੀ ਹਿਮਸੈਲਫ ਗੇਵ ਪਾਰਟ ਆਫ ਹਿਜ਼ ਸੈਲਰੀ, ਉਸਨੇ ਆਪ ਵੀ ਆਪਣੀ ਸੈਲਰੀ ਦੇ ਵਿੱਚੋਂ ਇੱਕ ਹਿੱਸਾ ਦਿੱਤਾ। ਐਂਡ ਸੈਵਰਲ ਫਰੈਂਡਸ ਆਫ ਹਿਜ਼ ਵਰ ਓਬਲਾਈਜ਼ਡ ਟੂ ਗਿਵ ਸਮਥਿੰਗ ਫॉर ਐਨ ਐਕਟ ਆਫ ਚੈਰਿਟੀ, ਅਤੇ ਉਸਦੇ ਬਹੁਤ ਸਾਰੇ ਹੋਰ ਜੋ ਫਰੈਂਡਸ ਸਨ ਉਹ ਵੀ ਇਸ ਗੱਲ ਦੇ ਲਈ, ਇਸ ਚੈਰਿਟੀ ਦੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ ਤਿਆਰ ਹੋ ਗਏ। ਇਟ ਵਾਜ਼ ਇੰਪੋਸੀਬਲ ਫॉर ਹਿਮ ਟੂ ਗੈਦਰ ਟੂਗੈਦਰ ਦਾ 100 ਪੀਸੋਜ਼, ਇਹ ਅਸੰਭਵ ਸੀ ਉਸਦੇ ਲਈ 100 ਪੀਸੋਜ਼ ਇਕੱਠੇ ਕਰਨਾ। ਸੋ ਹੀ ਵਾਜ਼ ਏਬਲ ਟੂ ਸੈਂਡ ਦਾ ਫਾਰਮਰ ਓਨਲੀ ਅ ਲਿਟਲ ਮੋਰ ਦੈਨ ਹਾਫ, ਇਸ ਲਈ ਉਹ ਕੀ ਹੈ, ਉਸ ਫਾਰਮਰ ਨੂੰ ਹਾਫ ਤੋਂ ਥੋੜ੍ਹੇ ਜਿਹੇ ਜ਼ਿਆਦਾ ਪੈਸੇ ਹੀ ਭੇਜ ਸਕਿਆ। ਹੁਣ ਇਹ ਦੇਖੋ ਕਿ ਉਹ ਸਾਰੇ ਕਰਮਚਾਰੀ ਜੋ ਸੀ, ਪੋਸਟ ਮਾਸਟਰ, ਪੋਸਟਮੈਨ ਜਾਂ ਹੋਰ ਉਸਦੇ ਜੋ ਫਰੈਂਡਸ ਸਨ, ਉਹ ਕੀ ਹੈ, ਇੱਕ ਪੇ ਉੱਪਰ ਗੁਜ਼ਾਰਾ ਕਰਨ ਵਾਲੇ ਵਿਅਕਤੀ ਸਨ। ਪੂਰੇ ਪੈਸੇ ਉਹ ਨਹੀਂ ਦੇ ਸਕਦੇ ਸਨ, ਇਸ ਲਈ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਉਸ ਫਾਰਮਰ ਦੀ ਸਹਾਇਤਾ ਕੀਤੀ ਜਾ ਸਕੇ। ਪੋਸਟ ਮਾਸਟਰ ਨੇ ਪੈਸੇ ਇਕੱਠੇ ਕੀਤੇ, ਆਪਣੇ EMPLOYEES ਤੋਂ ਪੈਸੇ ਲਏ ਅਤੇ ਹਾਫ ਤੋਂ ਥੋੜ੍ਹੇ ਜਿਹੇ ਜ਼ਿਆਦਾ, ਯਾਨੀ ਕਿ 50 ਤੋਂ ਥੋੜ੍ਹੇ ਜਿਹੇ ਜ਼ਿਆਦਾ ਪੈਸੇ ਇਕੱਠੇ ਕਰਨ ਦੇ ਵਿੱਚ ਉਹ ਸਫਲ ਰਹੀ। ਹੀ ਪੁੱਟ ਦਾ ਮਨੀ ਇਨ ਐਨ ਐਨਵਲਪ, ਉਸਨੇ ਇਹ ਪੈਸੇ ਇੱਕ ਐਨਵਲਪ ਵਿੱਚ ਪਾਏ, ਅਡਰੈਸਡ ਟੂ ਲੈਂਕੋ ਐਂਡ ਵਿਦ ਇਟ ਅ ਲੈਟਰ ਕੰਟੇਨਿੰਗ ਓਨਲੀ ਅ ਸਿੰਗਲ ਵਰਡ ਐਜ਼ ਅ ਸਿਗਨੇਚਰ ਗੋਡ। ਉਸ ਉੱਪਰ ਕੀ ਹੈ, ਅਡਰੈਸਡ ਟੂ ਲੈਂਕੋ, ਲੈਂਕੋ ਦਾ ਐਡਰੈਸ ਲਿਖਿਆ, ਐਂਡ ਵਿਦ ਇਟ ਅ ਲੈਟਰ ਕੰਟੇਨਿੰਗ ਓਨਲੀ ਅ ਸਿੰਗਲ ਵਰਡ, ਅਤੇ ਇੱਕ ਸ਼ਬਦ ਲਿਖਿਆ ਉਸ ਉੱਪਰ, ਉਸ ਲੈਟਰ ਦੇ ਉੱਪਰ ਇੱਕ ਸਿੰਗਲ ਵਰਡ ਲਿਖਿਆ ਗੋਡ, ਕਿ ਇਹ ਸ਼ੋ ਹੋ ਜਾਵੇ ਇਹ ਗੋਡ ਵੱਲੋਂ ਹੀ ਲੈਟਰ ਆਇਆ ਹੈ।
The following Sunday, Lenko came a bit earlier than usual to ask if there was a letter for him. ਅਗਲੇ ਐਤਵਾਰ ਲੈਂਕੋ ਕੀ ਹੈ ਪਹਿਲਾਂ ਦੇ ਦਿਨਾਂ ਨਾਲੋਂ ਵੀ ਥੋੜਾ ਜਿਹਾ ਜਲਦੀ ਹੀ ਆ ਗਿਆ ਇਹ ਪੁੱਛਣ ਦੇ ਲਈ ਕਿ ਉਸ ਦੇ ਲਈ ਕੋਈ ਲੈਟਰ ਆਇਆ ਹੈ. It was the postman himself who handed the letter to him. While the postmaster, experiencing the contentment of a man who has performed a good deed, looked on from his office. ਹੁਣ ਕੀ ਹੈ ਇਟ ਵਾਜ਼ ਪੋਸਟਮੈਨ ਇਹ ਪੋਸਟਮੈਨ ਸੀ ਆਪ ਹੀ ਸੀ ਪੋਸਟਮੈਨ ਜਿਸਨੇ ਕੀ ਹੈ ਇਹ ਲੈਟਰ ਉਸ ਨੂੰ ਫੜਾਇਆ ਜਦ ਕਿ ਜੋ ਪੋਸਟ ਮਾਸਟਰ ਸੀ ਉਹ ਐਕਸਪੀਰੀਅੰਸ ਕਰ ਰਿਹਾ ਸੀ ਇੱਕ ਮਹਿਸੂਸ ਕਰ ਰਿਹਾ ਸੀ ਕੀ ਮਹਿਸੂਸ ਕਰ ਰਿਹਾ ਸੀ ਕੰਟੈਂਟਮੈਂਟ ਸੰਤੁਸ਼ਟੀ ਸੈਟਿਸਫੈਕਸ਼ਨ ਮਹਿਸੂਸ ਕਰ ਰਿਹਾ ਸੀ ਇੱਕ ਇਹੋ ਜਿਹੀ ਸੈਟਿਸਫੈਕਸ਼ਨ ਮਹਿਸੂਸ ਕਰ ਰਿਹਾ ਸੀ ਜਿਸਨੇ ਇੱਕ ਵਿਅਕਤੀ ਦੀ ਜਿਸਨੇ ਇੱਕ ਚੰਗਾ ਕੰਮ ਕੀਤਾ ਹੋਵੇ ਤੇ ਉਹ ਜੋ ਪੋਸਟ ਮਾਸਟਰ ਸੀ ਆਪਣੇ ਆਫਿਸ ਵਿੱਚ ਬੈਠਾ ਇਹ ਸਾਰਾ ਦ੍ਰਿਸ਼ ਵੇਖ ਰਿਹਾ ਸੀ ਅਤੇ ਸੰਤੁਸ਼ਟੀ ਮਹਿਸੂਸ ਕਰ ਰਿਹਾ ਸੀ. ਲੈਂਕੋ showed not the slightest surprise on seeing the money. ਲੈਂਕੋ ਨੇ ਕੀ ਹੈ ਥੋੜਾ ਜਿਹਾ ਵੀ ਸਰਪ੍ਰਾਈਜ਼ ਥੋੜੀ ਜਿਹੀ ਵੀ ਹੈਰਾਨੀ ਮਹਿਸੂਸ ਨਾ ਕੀਤੀ ਪੈਸਿਆਂ ਨੂੰ ਵੇਖ ਕੇ. Such was his confidence. ਇਸ ਤਰ੍ਹਾਂ ਦਾ ਉਸਦਾ ਕੌਨਫੀਡੈਂਸ ਸੀ. But he became angry. ਪਰ ਉਹ ਗੁੱਸੇ ਹੋ ਗਿਆ when he counted the money. ਪਰ ਜਦੋਂ ਉਸਨੇ ਪੈਸੇ ਕਾਊਂਟ ਕੀਤੇ ਨਾ ਉਹ ਗੁੱਸੇ ਹੋ ਗਿਆ. God could not have made a mistake. God ਕੋਈ ਵੀ ਗਲਤੀ ਨਹੀਂ ਕਰ ਸਕਦਾ ਸੀ. Nor could he have denied Lenko what he had requested. ਤੇ ਨਾ ਹੀ ਉਹ ਲੈਂਕੋ ਨੂੰ ਮਨਾ ਕਰ ਸਕਦਾ ਸੀ ਜੋ ਉਸਨੇ ਮੰਗ ਕੀਤੀ ਸੀ. ਹੁਣ ਲੈਂਕੋ ਨੇ ਕੀ ਹੈ 100 ਪੀਸੋਸ ਦੀ ਮੰਗ ਕੀਤੀ ਸੀ ਪਰ ਲੈਟਰ ਦੇ ਵਿੱਚੋਂ ਕੀ ਹੈ 100 ਤੋਂ ਘੱਟ ਪੀਸੋਸ ਹੀ ਨਿਕਲੇ ਸਨ ਤੇ ਲੈਂਕੋ ਇਹ ਦੇਖ ਕੇ ਕੀ ਹੈ ਬਹੁਤ ਗੁੱਸੇ ਹੋ ਜਾਂਦਾ ਹੈ ਕਿ ਗੋਡ ਉਸਨੂੰ ਘੱਟ ਪੈਸੇ ਵੀ ਨਹੀਂ ਭੇਜ ਸਕਦਾ ਕੋਈ ਮਿਸਟੇਕ ਵੀ ਨਹੀਂ ਗੋਡ ਕਰ ਸਕਦਾ ਅਤੇ ਨਾ ਹੀ ਉਸਨੂੰ ਮਨਾ ਕਰ ਸਕਦਾ ਹੈ ਕਿ ਪੂਰੇ ਪੈਸੇ ਨਹੀਂ ਦੇਵਾਂਗਾ. ਇਮੀਡੀਏਟਲੀ ਲੈਂਕੋ ਵੈਂਟ ਅਪ ਟੂ ਦਾ ਵਿੰਡੋ ਟੂ ਆਸਕ ਫॉर ਪੇਪਰ ਐਂਡ ਇਨਕ. ਤੁਰੰਤ ਲੈਂਕੋ ਨੇ ਕੀ ਕੀਤਾ ਵਿੰਡੋ ਦੇ ਵੱਲ ਗਿਆ ਕੀ ਮੰਗਿਆ ਉਸਨੇ ਉੱਥੋਂ ਜਾ ਕੇ ਪੇਪਰ ਅਤੇ ਇਨਕ ਦੀ ਮੰਗ ਕੀਤੀ. On the public writing table he started to write. ਹੁਣ ਤੁਹਾਨੂੰ ਇਹ ਪਤਾ ਹੋਣਾ ਹੈ ਕਿ ਇੱਕ ਪਬਲਿਕ ਰਾਈਟਿੰਗ ਟੇਬਲ ਹੁੰਦਾ ਹੈ ਜੋ ਆਪਾਂ ਡਾਕਖਾਨੇ ਵਿੱਚ ਜਾਂਦੇ ਆ ਨਾ ਪੋਸਟ ਆਫਿਸ ਵਿੱਚ ਜਾਂਦੇ ਆ ਉੱਥੇ ਇੱਕ ਪਬਲਿਕ ਰਾਈਟਿੰਗ ਟੇਬਲ ਲੱਗਿਆ ਹੋਇਆ ਹੁੰਦਾ ਹੈ ਕੁਝ ਲਿਖਣ ਦੇ ਲਈ. ਲੈਂਕੋ ਨੇ ਕੀ ਕੀਤਾ ਪਬਲਿਕ ਰਾਈਟਿੰਗ ਟੇਬਲ ਦੇ ਉੱਪਰ ਗਿਆ with much wrinkling of his brow. ਆਪਣੇ ਮੱਥੇ ਦੇ ਉੱਪਰ ਬਹੁਤ ਜ਼ਿਆਦਾ ਉਸਦੇ ਕੀ ਸੀ ਰਿੰਕਲ ਸਨ ਤਿਉੜੀਆਂ ਸਨ caused by the effort he had to make to express his ideas. ਇਹ ਰਿੰਕਲਸ ਕਿਉਂ ਆਏ ਹੋਏ ਸਨ ਕਿਉਂਕਿ ਉਹ ਬਹੁਤ ਗੁੱਸੇ ਵਿੱਚ ਸੀ ਆਪਣੇ ਗੁੱਸੇ ਵਾਲੇ ਆਈਡੀਆਜ਼ ਵਿਅਕਤ ਕਰ ਰਿਹਾ ਸੀ ਲੈਟਰ ਉੱਪਰ ਲਿਖ ਰਿਹਾ ਸੀ. when he finished he went to the window to buy a stamp. ਜਦ ਲੈਟਰ ਉਸਨੇ ਲਿਖ ਲਿਆ ਫਿਰ ਉਹ ਵਿੰਡੋ ਦੇ ਵੱਲ ਗਿਆ ਅਤੇ ਉੱਥੋਂ ਕੀ ਲਿਆ ਉਸਨੇ ਇੱਕ ਸਟੈਂਪ ਖਰੀਦੀ which he licked and then affixed. ਫਿਰ ਉਸਨੇ ਉਸਨੂੰ ਕੀ ਹੈ ਲਿਕ ਕੀਤਾ ਅਤੇ ਫਿਕਸ ਕਰ ਦਿੱਤਾ ਕਿੱਥੇ ਫਿਕਸ ਕਰ ਦਿੱਤਾ ਟੂ ਦਾ ਐਨਵਲਪ ਉਸ ਸਟੈਂਪ ਨੂੰ ਉਸਨੇ ਐਨਵਲਪ ਉੱਤੇ ਲਗਾ ਦਿੱਤਾ with the blow of his fist. ਆਪਣੀ ਮੁੱਕੀ ਦੇ ਨਾਲ ਇੱਕ ਮੁੱਕੀ ਮਾਰ ਕੇ ਕੀ ਹੈ ਉਸਨੇ ਉਸ ਸਟੈਂਪ ਨੂੰ ਕੀ ਹੈ ਉਸ ਆਪਣੇ ਲੈਟਰ ਦੇ ਉੱਪਰ ਲਗਾ ਦਿੱਤਾ. The moment the letter fell into the mailbox, the postmaster went to open it. ਜਿਸ ਪਲ ਉਹ ਲੈਟਰ ਮੇਲ ਬਾਕਸ ਦੇ ਵਿੱਚ ਡਿੱਗਿਆ ਨਾ ਤਾਂ ਪੋਸਟਮਾਸਟਰ ਤੁਰੰਤ ਇਸ ਨੂੰ ਓਪਨ ਕਰਨ ਦੇ ਲਈ ਇਸ ਨੂੰ ਖੋਲ੍ਹਣ ਦੇ ਲਈ ਗਿਆ. It said God. ਉਸ ਦੇ ਵਿੱਚ ਕੀ ਲਿਖਿਆ ਹੋਇਆ ਸੀ God. Of the money that I asked for only 70 pesos reached me. ਜਿਹੜੇ ਪੈਸੇ ਮੈਂ ਮੰਗੇ ਸਨ ਮੇਰੇ ਕੋਲ ਕੇਵਲ 70 ਪੀਸੋਸ ਹੀ ਪਹੁੰਚੇ ਹਨ. Send me the rest. ਬਾਕੀ ਪੈਸੇ ਵੀ ਮੈਨੂੰ ਭੇਜ ਦਿਓ. Since I need it very much. ਕਿਉਂਕਿ ਮੈਨੂੰ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ. But don't send it to me through the mail. ਪਰ ਮੈਨੂੰ ਇਹ ਪੈਸੇ ਮੇਲ ਦੁਆਰਾ ਨਾ ਭੇਜਣਾ because the post office employees are a bunch of crooks. ਲੈਂਕੋ ਕੀ ਲਿਖਿਆ ਲੈਂਕੋ ਨੇ ਕਿ ਜੋ ਇਹ ਪੋਸਟ ਆਫਿਸ ਦੇ EMPLOYEES ਹਨ ਨਾ ਇਹ ਧੋਖੇਬਾਜ਼ਾਂ ਦਾ ਟੋਲਾ ਹਨ. ਕ੍ਰੁਕਸ ਕੀ ਹੁੰਦਾ ਚੀਟਰਸ. ਹੁਣ ਇਹ ਵੇਖੋ ਲੈਂਕੋ ਨੂੰ ਇੰਨਾ ਜ਼ਿਆਦਾ ਵਿਸ਼ਵਾਸ ਸੀ ਰੱਬ ਦੇ ਉੱਪਰ ਕਿ ਰੱਬ ਹੈ ਜੋ ਮੈਨੂੰ ਪੂਰੇ ਪੈਸੇ ਹੀ ਭੇਜੇਗਾ. ਪਰ ਹੋਇਆ ਕਿ ਜਦ ਪੋਸਟ ਆਫਿਸ ਦੇ EMPLOYEES ਨੇ ਤਾਂ ਆਪਣੇ ਵੱਲੋਂ ਉਸ ਦੀ ਮਦਦ ਕੀਤੀ ਪਰ ਉਹ ਪੈਸੇ ਕੀ ਸੀ ਘੱਟ ਸੀ
ਤੇ ਲੈਂਕੋ ਨੂੰ ਕੀ ਮਹਿਸੂਸ ਹੋ ਰਿਹਾ ਸੀ? ਸ਼ਾਇਦ ਪੋਸਟ ਆਫਿਸ ਦੇ ਕਰਮਚਾਰੀਆਂ ਨੇ ਹੀ ਉਸਦੇ ਉਹ ਪੈਸੇ ਚੋਰੀ ਕਰ ਲਏ ਹਨ। ਵੇਖੋ ਕਿੰਨਾ ਜ਼ਿਆਦਾ ਲੈਂਕੋ ਨੂੰ ਵਿਸ਼ਵਾਸ ਸੀ ਗੋਡ ਦੇ ਉੱਪਰ ਕਿ ਗੋਡ ਉਸਦੀ ਪੂਰੀ ਪੈਸਿਆਂ ਦੇ ਨਾਲ ਹੀ ਮਦਦ ਕਰੇਗਾ। ਇਹ ਆਪਾਂ ਇਹ ਕਹਿ ਸਕਦੇ ਹਾਂ ਮਦਦ ਤਾਂ ਗੋਡ ਨੇ ਹੀ ਉਸਦੀ ਕੀਤੀ, ਪਰ ਗੋਡ ਕੀ ਹੈ, ਜਦ ਕਿਸੇ ਦੀ ਮਦਦ ਕਰਦਾ ਨਾ ਤਾਂ ਉਹ ਆਪਣੇ ਵਿੱਚੋਂ ਹੀ ਕਿਸੇ ਨੂੰ ਇੱਕ ਜਰੀਆ ਬਣਾ ਦਿੰਦਾ ਹੈ। ਜਿਸ ਤਰ੍ਹਾਂ ਹੁਣ ਉਹ ਪੋਸਟ ਮਾਸਟਰ ਅਤੇ ਉਸਦੇ ਕਰਮਚਾਰੀ ਇਹ ਕੀ ਹੈ, ਇੱਕ ਸਾਧਨ ਬਣ ਗਏ, ਇੱਕ ਜਰੀਆ ਬਣ ਗਏ ਉਸ ਦੀ ਸਹਾਇਤਾ ਕਰਨ ਦੇ ਲਈ। ਤੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਹੈਲਪ ਵੀ ਕਿਹਨੇ ਕੀਤੀ? ਗੋਡ ਨੇ ਕੀਤੀ। Okay students, then we have finished this chapter, and if you liked my explanation, Punjabi explanation, then don't forget to subscribe my channel and click the like button. Thanks.